ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਉਸ ਇਤਿਹਾਸਕ ਅਸਥਾਨ ਦੇ ਗੁਰਦੁਆਰਾ ਚਰਨ ਪਾਦੁਕਾ ਸਾਹਿਬ, ਜਿੱਥੇ ਗੁਰੂ ਨਾਨਕ ਪਾਤਸ਼ਾਹ ਸਮੇਤ ਗੁਰੂ ਤੇਗ ਬਹਾਦਰ ਜੀ ਸਮੇਤ ਕਈ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਮੌਜੂਦ ਨੇ। ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰੂ ਤੇਗ ਬਹਾਦਰ ਜੀ ਦੀਆਂ ਖੜਾਵਾਂ ਮੌਜੂਦ ਨੇ। ਨਾਲ ਦੀ ਨਾਲ ਕਈ ਪੁਰਾਤਨ ਸਿੰਘਾਂ ਦੇ ਸ਼ਸਤਰ, ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ 31 ਪੁਰਾਤਨ ਸਰੂਪ, ਹੱਥ ਲਿਖਤ ਦਸਮ ਗ੍ਰੰਥ ਜੀ ਦੇ ਸਰੂਪ, ਪੁਰਾਤਨ ਗ੍ਰੰਥੀਆਂ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਮੇਂ ਦਾ ਖੂਹ ਅਤੇ ਹੋਰ ਵੀ ਕਾਫੀ ਕੁਝ ਇਸ ਅਸਥਾਨ ਤੇ ਮੌਜੂਦ ਹੈ। ਸੰਗਤ ਨੂੰ ਬੇਨਤੀ ਹੈ ਕਿ ਵੀਡੀਓ ਜ਼ਰੂਰ ਦੇਖੋ ਅਤੇ ਹੋਰ ਸੰਗਤ ਨੂੰ ਵੀ ਦਰਸ਼ਨ ਕਰਾਓ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਦੇਰ ਤੋਂ ਦਾਸ ਨੂੰ ਇਸ ਅਸਥਾਨ ਦੀ ਉਡੀਕ ਸੀ ਕਦੋਂ ਪਹੁੰਚਾਂਗੇ, ਕਿਉਂਕਿ ਯੂਪੀ ਦੇ ਵਿੱਚ ਇਸ ਇਲਾਕੇ ਦੇ ਵਿੱਚ ਸਭ ਤੋਂ ਵੱਡਾ ਸ਼ਸਤਰਾਂ ਦਾ ਖਜ਼ੀਰਾ ਇੱਥੇ ਮੌਜੂਦ ਹੈ, ਖਜ਼ਾਨਾ ਮੌਜੂਦ ਹੈ, ਪੁਰਾਤਨ ਗ੍ਰੰਥ ਮੌਜੂਦ ਨੇ। ਤੇ ਦੱਬ ਕੇ ਸ਼ੇਅਰ ਕਰ ਦਿਓ ਜੀ, ਕਿਉਂਕਿ ਬਹੁਤ ਵੱਡਾ ਖਜ਼ਾਨੇ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਹਾਂ। ਵਾਹਿਗੁਰੂ। ਤੇ ਦਰਵਾਜ਼ਾ ਇੱਥੇ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਇਸ ਅਸਥਾਨ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਆਏ। ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਚੰਦਨ ਦੀਆਂ ਖੁੜਾਵਾਂ ਮੌਜੂਦ ਨੇ। ਇਸੇ ਅਸਥਾਨ ਦੇ ਉੱਤੇ ਖੂਹ ਮੌਜੂਦ ਹੈ। ਇਸੇ ਅਸਥਾਨ ਦੇ ਉੱਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀਆਂ ਖੜਾਵਾਂ ਮੌਜੂਦ ਨੇ। ਇਸੇ ਅਸਥਾਨ ਦੇ ਉੱਤੇ ਪੁਰਾਤਨ ਸਿੰਘਾਂ ਦੇ 100 ਸਿੰਘਾਂ ਦੇ ਖੂਹ ਦੇ ਵਿੱਚੋਂ ਪ੍ਰਾਪਤ ਕੀਤੇ ਗਏ ਸ਼ਸਤਰ ਮੌਜੂਦ ਨੇ। ਇਸੇ ਜਗ੍ਹਾ ਦੇ ਉੱਤੇ 100 ਗ੍ਰੰਥ ਲਿਖੇ ਗਏ ਸੀ, ਮੌਜੂਦ ਹੱਥ ਲਿਖਤ ਗ੍ਰੰਥ ਨੇ। ਉਹਦੇ ਵਿੱਚੋਂ ਕਿੰਨੇ ਗ੍ਰੰਥ ਬਚੇ ਨੇ, ਕੀ ਇਤਿਹਾਸ ਹੈ। ਤੇ ਵੱਧ ਸ਼ੇਅਰ ਕਰੋ ਵੀਡੀਓ ਨੂੰ, ਕਿਉਂਕਿ ਬਹੁਤ ਇਹ ਕਹਿ ਲਈਏ ਕਿ ਵੱਡਾ ਖਜ਼ਾਨਾ ਸਾਨੂੰ ਅੱਜ ਇੱਥੇ ਪ੍ਰਾਪਤ ਹੋਇਆ, ਜੋ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ। ਕੀ ਹਾਲ ਹੈ ਜੀ ਬਾਬਾ ਜੀ? ਠੀਕ ਹੈ ਜੀ, ਬਹੁਤ ਚੰਗਾ ਜੀ। ਚੜ੍ਹਦੀ ਕਲਾ ਜੀ ਗੁਰਦਿਆਲ ਸਿੰਘ ਜੀ। ਚੜ੍ਹਦੀ ਕਲਾ। ਮੈਂ ਬੇਨਤੀ ਕਰਾਂ ਜੀ, 12 ਸਾਲ ਦੀ ਉਮਰ ਤੋਂ ਉਦੋਂ ਸਹਿਜਧਾਰੀ ਸੀਗੀ, ਕੇਸ ਨਹੀਂ ਰੱਖੇ ਹੋਏ ਸੀ। 12 ਸਾਲ ਦੀ ਉਮਰ ਤੋਂ ਹੀ ਇੱਥੇ ਸੇਵਾ ਨਿਭਾਉਂਦੇ ਆ ਰਹੇ ਨੇ। ਆਜ਼ਮਗੜ੍ਹ ਤੋਂ ਇੱਥੇ ਆਉਂਦੇ ਸੀ ਉਦੋਂ, ਜਦੋਂ ਅੱਜ ਤੋਂ ਇਹ ਕਹਿ ਲਈ 30-40 ਸਾਲ ਪਹਿਲਾਂ, 46-47 ਸਾਲ ਪਹਿਲਾਂ ਨਦੀ ਪਾਰ ਕਰਕੇ ਇਸ ਅਸਥਾਨ ਦੇ ਉੱਤੇ ਆਉਂਦੇ ਸੀਗੇ। ਤੇ ਇਹਨਾਂ ਨੂੰ ਬਹੁਤ ਵੱਡੀ ਇਤਿਹਾਸ ਦੀ ਜਾਣਕਾਰੀ ਹੈ ਤੇ ਉਹ ਵੀ ਦੱਸਣਗੇ ਆਪਾਂ ਨੂੰ। ਤੇ ਹੁਣੇ ਥੋੜੇ ਦੇਰ ਪਹਿਲਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਜੋ ਸਿੱਖੀ ਸਰੂਪ ਵੀ ਬੜਾ ਸੋਹਣਾ ਹੁਣ ਮਿਲ ਗਿਆ ਜੀ, ਬੜੇ ਸੋਹਣੇ ਲੱਗ ਰਹੇ ਨੇ। ਤੇ ਧੰਨ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੁੰਦੇ ਨੇ ਜਦੋਂ ਸਿੱਖੀ ਸਰੂਪ ਦੇ ਵਿੱਚ ਆਪਾਂ ਕਿਸੇ ਨੂੰ ਵੇਖਦੇ ਆ। ਤੇ ਦੇਰ ਆਏ ਦਰੁਸਤ ਆਏ ਤੇ ਮਹਾਰਾਜ ਨੇ ਕਿਰਪਾ ਕੀਤੀ, ਹੌਲੀ ਹੌਲੀ। ਹਾਂਜੀ ਹਾਂਜੀ। ਤੇ ਆਪਾਂ ਨੂੰ ਇਤਿਹਾਸ ਇੱਥੇ ਦੇ ਪੁਰਾਤਨ ਸ਼ਸਤਰਾਂ ਦੇ ਗ੍ਰੰਥਾਂ ਦੇ ਆਪਾਂ ਦਰਸ਼ਨ ਕਰਾਂਗੇ ਜੀ। ਮਹਾਰਾਜ ਦੇ ਚਰਨ ਪਾਦੁਕਾ ਗੁਰੂ ਸਾਹਿਬ ਦੀਆਂ। ਠੀਕ ਹੈ ਜੀ। ਗੁਰੂ ਨਾਨਕ ਸਾਹਿਬ ਇਹ ਕੋਈ ਅਨਸ਼ਾਨ ਹੈ, ਕੋਈ ਜੋ ਵੀ ਚੀਜ਼ ਹੋਵੇ ਹੁਣ ਬਹੁਤ ਪੁਰਾਤਨ ਸਾਡੇ ਕੋਲ ਪਿਆ ਸੀ ਹੈ। ਉਹ ਕੇਸ ਵੀ ਪਾਈ ਨਾ ਜੀ ਜੀ। ਤੇ ਦੇ ਵਿੱਚ 77 ਦੇ ਵਿੱਚ ਸ਼ਾਇਦ ਹਾਂਜੀ ਹਾਂਜੀ ਇਹਦੀ ਸੇਵਾ ਹੋਈ ਹੈ। ਕਿ ਇਹ ਬੜਾ ਪੁਰਾਣਾ ਜੀ। ਇਹਦੀ ਤੁਸੀਂ ਚਾਹੋ ਤਾਂ ਰਿਕਾਰਡਿੰਗ ਕਰ ਸਕਦੇ ਹੋ ਉਹਦੀ। ਹਾਂਜੀ ਹਾਂਜੀ ਹਾਂਜੀ। ਲਾਈਟ ਦੇਖ ਨਾ, ਲਾਈਟ ਦੇਖ ਦੀ ਰਿਕਾਰਡਿੰਗ ਕਰੋ। ਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਖੜਾਵਾਂ, ਇਹਦੇ ਬਾਰੇ ਥੋੜਾ ਜਿਹਾ। ਇਹਦੇ ਬਾਰੇ ਜਿਹੜੀ ਸਾਨੂੰ ਜਾਣਕਾਰੀ ਹੈ ਉਹ ਡਾਇਰੈਕਟ ਇੱਥੇ ਨਹੀਂ ਆਈਆਂ, ਰਾਜਾ ਸ਼ਿਵਨਾਥ ਕੋਲੋਂ ਆਈਆਂ ਜ਼ਰੂਰ ਨੇ। ਅੱਛਾ ਜੀ। ਲੇਕਿਨ ਇਨਡਾਇਰੈਕਟ ਮਤਲਬ ਕਿਸੇ ਹੋਰ ਹੱਥੋਂ ਹੁੰਦੀਆਂ ਇੱਥੇ ਪਹੁੰਚੀਆਂ ਨੇ। ਇੱਕ ਦੋ ਜਗ੍ਹਾ ਤੋਂ ਹੁੰਦੀਆਂ ਇੱਥੇ ਪਹੁੰਚੀਆਂ ਨੇ। ਜਿਹੜੇ ਰਾਜਾ ਸ਼ਿਵਨਾਥ ਦੇ ਕੋਲ ਗੁਰੂ ਨਾਨਕ ਲੰਕਾ ਦਾ ਰਾਜਾ ਸੀ, ਲੰਕਾ ਦਾ ਰਾਜਾ ਜੀ ਸੀਗਾ ਜੀ, ਉਹਦੇ ਕੋਲੋਂ ਇੱਥੇ ਹੌਲੀ ਹੌਲੀ ਕਿਸੇ ਨਾ ਕਿਸੇ ਤਰੀਕੇ ਪਹੁੰਚੀਆਂ ਨੇ। ਤੇ ਇਹ ਜਿਹੜੀਆਂ ਗੁਠਾਵਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀਆਂ, ਇਹ ਤੇ ਸੰਗਤਾਂ ਦੀ ਬੇਨਤੀ ਤੇ ਗੁਰੂ ਸਾਹਿਬ ਦੇ ਕੇ ਗਏ ਸੀ। ਠੀਕ ਹੈ। ਸੰਗਤਾਂ ਨੇ ਉਹਨਾਂ ਦੀ ਨਿਸ਼ਾਨੀ ਮੰਗੀ ਸੀ ਕਿ ਮਹਾਰਾਜ ਆਪ ਜੀ ਜਾ ਰਹੇ ਹੋ ਤਾਂ ਆਪਣੀ ਕੋਈ ਨਿਸ਼ਾਨੀ ਦੇ ਕੇ ਜਾਓ। ਤੇ ਨਿਸ਼ਾਨੀ ਵਿੱਚ ਗੁਰੂ ਸਾਹਿਬ ਫਿਰ ਇੱਥੇ ਆਪਣੀ ਖੜਾਵਾਂ ਦੇ ਕੇ ਗਏ ਸੀ ਫਿਰ। ਤੇ ਇਹ ਮੌਜੂਦ ਨੇ ਜੀ ਇੱਥੇ ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਖੜਾਵਾਂ। ਤੇ ਆਪ ਜੀ ਦਰਸ਼ਨ ਕਰ ਰਹੇ ਹੋ। ਹੋਰ ਵੀ ਇੱਥੇ ਪੁਰਾਤਨ ਜਿਹੜੇ ਮੌਜੂਦ ਹੈ ਜੀ। ਤੇ ਲੋਕੇਸ਼ਨ ਜ਼ਰੂਰ ਪਾਵਾਂਗੇ, ਆਪਾਂ ਗਿਆਨੀ ਜੀ ਨੂੰ ਬੁਲਾ ਲਓ।
ਤੇ ਔਰ ਆਪ ਜੀ ਨੂੰ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਕਰਾਣਾ ਹਸਤ ਲਿਖਿਤ ਤੇ ਇੱਥੇ 100 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੀ ਪੁਰਾਤਨ ਹਸਤ ਲਿਖਤ। 80 ਸਰੂਪ ਤਾਂ ਬਾਬਾ ਜੀ ਦੱਸਦੇ ਨੇ ਕਿ ਬਹੁਤ 82 ਤੋਂ ਬਹੁਤ ਬਿਰਧ ਹੋ ਚੁੱਕੇ ਸੀਗੇ, ਜਿਨ੍ਹਾਂ ਦਾ ਕਿ ਦੋ ਕਰਕੇ ਸੰਸਕਾਰ ਕੀਤਾ ਗਿਆ ਸੀਗਾ। ਜੀ ਜੀ ਤੇ ਪਰ ਅੱਜ ਵੀ ਤਕਰੀਬਨ 31 ਪੁਰਾਤਨ ਗ੍ਰੰਥ, ਯਾਨੀ ਕਿ ਐਡਾ ਖਜ਼ਾਨਾ ਸਿੱਖ ਇਤਿਹਾਸ ਦਾ ਜਿਹੜਾ ਲਿਖਿਆ ਜਾਂਦਾ ਸੀ। ਅੱਜ ਤਾਂ ਅਸੀਂ ਕੀ ਕਹਿੰਦੇ ਆ ਜਪਜੀ ਸਾਹਿਬ ਨਹੀਂ ਲਿਖ ਸਕਦੇ, ਉਸ ਸਮੇਂ ਕੋਈ ਮਸ਼ੀਨਾਂ ਨਹੀਂ ਸੀਆਂ, ਪਰ ਇੰਨਾ ਪ੍ਰਚਾਰ ਸੀ, ਹੱਥ ਲਿਖਤ ਗ੍ਰੰਥ ਲਿਖੇ ਜਾਂਦੇ ਸੀਗੇ। ਤੇ ਘੱਟੋ ਘੱਟ 30 ਗ੍ਰੰਥ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੌਜੂਦ ਨੇ। ਉਹਨਾਂ ਦੀ ਜਿਲਦਬੰਦੀ ਕਰਵਾਈ ਗਈ ਆ ਬਹੁਤ ਸੋਹਣੀ, ਤੇ ਇਹ ਸਾਰੇ ਆਪ ਜੀ ਨੂੰ ਦਰਸ਼ਨ ਅਸੀਂ ਕਰਵਾ ਰਹੇ ਹਾਂ ਜੀ। ਵਾਹਿਗੁਰੂ। ਤੇ ਇਹਦੇ ਬੜੀ ਸੋਹਣੀ ਇਹਦੇ ਹੋ ਗਏ ਹੋਇਆ ਜੀ। ਜੀ ਹਾਂਜੀ ਇਹ 2012 ਵਿੱਚ ਹਾਂਜੀ ਇਹਦੀ ਨਵੀਂ ਬਾਈਂਡਿੰਗ ਹੋਈ ਹੈ। ਸ਼੍ਰੋਮਣੀ ਕਮੇਟੀ ਤੋਂ ਦੇ ਕਾਰੀਗਰ ਆਏ ਸੀ, ਠੀਕ ਹੈ ਜੀ। ਤੇ ਕਟਿੰਗ ਦੀ ਮਸ਼ੀਨ ਸ਼ਾਇਦ ਬਨਾਰਸ ਵਗੈਰਾ ਕਿੱਥੋਂ ਅਵੇਲੇਬਲ ਹੋਈ ਸੀ, ਤੇ ਉਹਨਾਂ ਨੇ ਇੱਥੇ ਆ ਕੇ ਬਕਾਇਦਾ ਪੂਰਾ ਵਧੀਆ ਕਟਿੰਗ ਕਰਕੇ ਇਹਦੀ ਫੇਰ ਤੋਂ ਦੁਬਾਰਾ ਨਵੀਂ ਬਾਈਂਡਿੰਗ ਕਰਾਈ। ਇਨਕਮ ਟੈਕਸ ਦੇ ਕਮਿਸ਼ਨਰ ਸਾਹਿਬ ਸੀ, ਕੋਈ ਸਰਦਾਰ ਸਾਹਿਬ ਇਲਾਹਾਬਾਦ ਦੇ, ਉਹਨਾਂ ਨੇ ਇਸ ਚੀਜ਼ ਦੀ ਸੇਵਾ ਨਿਭਾਈ ਸੀ। ਠੀਕ ਜੀ। ਹੋਰ ਵੀ ਦਰਸ਼ਨ ਕਰਾਉਣਾ ਜੀ ਆਪ ਜੀ? ਹਾਂਜੀ, ਇਹ ਤੇ ਹੋ ਗਿਆ ਆਪ ਜੀ ਦਾ ਆਦਿ ਗ੍ਰੰਥ ਸਾਹਿਬ ਜੀ। ਠੀਕ ਹੈ ਜੀ। ਤੇ ਇਹਦੇ ਇਲਾਵਾ ਦਸ਼ਮ, ਇਹਨੂੰ ਸਿਖਾਓ ਕਰ ਦਿਓ ਜੀ। ਹਾਂਜੀ ਇਹਦੇ ਇਲਾਵਾ ਦਸ਼ਮ ਗ੍ਰੰਥ ਜੀ ਤੇ ਮੈਂ ਦਰਸ਼ਨ ਕਰਾਣਾ। ਹਾਂਜੀ। ਤੇ ਸੰਗਤ ਜੀ ਇਹ ਸਾਰਾ ਖਜ਼ਾਨਾ ਦੱਬ ਕੇ ਸ਼ੇਅਰ ਕਰ ਦਿਓ, ਕਿਉਂਕਿ ਸਾਡੇ ਕੋਲ ਇਸ ਤੋਂ ਉੱਪਰ ਅਰਬਾਂ ਖਰਬਾਂ ਦੀਆਂ ਦੁਨੀਆ ਦੀਆਂ ਦੌਲਤਾਂ ਵੀ ਖਤਮ ਹੋ ਜਾਂਦੀਆਂ ਨੇ। ਸਿੱਖਾਂ ਦੇ ਕੋਲ ਖਜ਼ਾਨਾ ਕੀ ਹੈ? ਸਿੱਖਾਂ ਦਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ। ਇਸ ਤੋਂ ਸਾਡੇ ਕੋਲ ਕੋਈ ਡਾਇਮੰਡ ਵੀ ਸਿੱਟ ਜਾਵੇ, ਦੁਨੀਆ ਦਾ ਰਾਜ ਭਾਗ ਵੀ, ਪੂਰੀ ਦੁਨੀਆ ਇੱਕ ਪਾਸੇ, ਪੂਰਾ ਰਾਜ ਭਾਗ ਇੱਕ ਪਾਸੇ, ਪੂਰਾ ਵਰਲਡ ਇੱਕ ਪਾਸੇ, ਤੇ ਸਾਡੇ ਲਈ ਸਭ ਤੋਂ ਕੀਮਤੀ ਖਜ਼ਾਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਨੇ। ਤੇ ਇਹ ਸਾਰੇ ਹਸਤ ਲਿਖਤ ਗ੍ਰੰਥ ਸਾਹਿਬ ਨੇ ਜੀ। ਪਜਾਮਾ ਇਹ ਆਦਿ ਗ੍ਰੰਥ ਨੇ ਜੀ। ਕਿੰਨੇ ਆਦਿ ਗ੍ਰੰਥ? 25 ਨੇ ਆਦਿ ਗ੍ਰੰਥ ਜੀ। ਤੇ ਮੈਂ ਬੇਨਤੀ ਕਰਾਂ, ਰੂਹ ਖੁਸ਼ ਹੋ ਜਾਂਦੀ ਹੈ, ਏਦਾਂ ਨਾ ਰੋਂਗਟੇ ਖੜੇ ਹੋ ਜਾਂਦੇ ਨੇ ਦਰਸ਼ਨ ਕਰਕੇ। 25 ਗ੍ਰੰਥ, 25 ਹਸਤ ਲਿਖਤ ਆਦਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਮੌਜੂਦ ਨੇ। 100 ਸਰੂਪ ਸੀ ਮਹਾਰਾਜ ਜੀ ਦਾ, ਪਰ ਬਹੁਤ ਜ਼ਿਆਦਾ ਬਿਰਧ ਹੋ ਚੁੱਕਿਆ ਸੀ, ਪੜਿਆ ਵੀ ਨਹੀਂ ਸੀ ਜਾਂਦਾ। ਇਸ ਕਰਕੇ ਮਜਬੂਰੀ ਕਾਰਨ ਬੜੇ ਸਤਿਕਾਰ ਦੇ ਨਾਲ ਸੰਸਕਾਰ ਕੀਤੇ ਗਏ ਸੀਗੇ ਇੱਥੇ ਦੀਆਂ ਸੰਗਤਾਂ ਵੱਲੋਂ। ਤੇ ਆਪ ਜੀ ਦਾ ਸ਼ੁਭ ਨਾਮ ਜੀ? ਜਗਦੀਸ਼ ਸਿੰਘ। ਜਗਦੀਸ਼ ਸਿੰਘ ਜੀ। ਹਾਂ, ਜਗਦੀਸ਼ ਸਿੰਘ। ਜਗਦੀਸ਼ ਸਿੰਘ ਜੀ 12 ਸਾਲ ਦੀ ਉਮਰ ਤੋਂ ਹੀ ਇੱਥੇ ਆ ਰਹੇ ਨੇ। 46 ਸਾਲ ਹੋ ਗਏ ਆਉਂਦਿਆਂ ਨੂੰ ਜੀ। ਇਹ ਮਹਾਰਾਜ ਜੀ ਦਸ਼ਮ ਗ੍ਰੰਥ ਹੈ। ਇਹ 10ਵਾਂ ਗ੍ਰੰਥ ਹੈ ਜੀ। ਔਰ ਹਸਤ ਲਿਖਤ ਨਹੀਂ ਸਰ ਇਹਦੀ ਮੈਂ ਸਟਾਰਟਿੰਗ ਜਾਪ ਸਾਹਿਬ ਤੋਂ ਵਿਖਾਣਾ ਆਪ ਜੀ ਨੂੰ, ਸਟਾਰਟਿੰਗ ਤੋਂ। ਵਾਹਿਗੁਰੂ। 10ਵਾਂ ਗ੍ਰੰਥ ਸਰੂਪ ਕਿੰਨੇ ਹੈਗੇ ਨੇ ਜੀ? 6 ਨੇ। 6 10ਵਾਂ ਗ੍ਰੰਥ ਨੇ ਜੀ। ਸਾਰੇ ਗਿਆਨੀ ਜੀ ਇੱਕੋ ਜੀ ਨੇ ਕਿ ਅਲੱਗ-ਅਲੱਗ ਨੇ ਜੀ। ਅਲੱਗ-ਅਲੱਗ ਨੇ? ਹਾਂ, ਕੋਈ ਵੱਡੇ ਨੇ, ਕੋਈ ਛੋਟੇ ਨੇ। ਇਹ ਜੀ ਜਾਪ ਸਾਹਿਬ। ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਛਪੈ ਛੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ ਚੱਕਰ ਚਹਿਨ ਅਰ ਬਰਨ ਯਾਤਰਾ ਪਾਤ ਨਹੀਂ ਦੇ ਰੂਪ ਰੰਗਾ ਰੇਖ ਪੇਖ। ਵਾਹਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਧੰਨ ਜੀ। ਤੇ ਹੋਰ ਇੱਧਰ ਕੋਈ ਛੋਟੇ ਸਰੂਪ ਨੇ, ਕੋਈ ਵੱਡੇ ਛੋਟੇ ਦੇ ਵੀ ਦਰਸ਼ਨ ਗੁਰੂ ਗ੍ਰੰਥ ਸਾਹਿਬ ਨੇ। ਹਾਂਜੀ। ਇਹ ਕਰਾਇਆ, ਉਹ ਛੋਟਾ ਲਖੋ ਨੇ, ਛੋਟੇ ਵਾਲੇ ਦਰਸ਼ਨ ਕਰਨੇ। ਇਹਨੂੰ ਮੈਂ ਤੇ ਸਾਰੇ ਤਾਂ ਨਹੀਂ ਜੀ ਅਸੀਂ ਦਰਸ਼ਨ ਕਰਵਾਵਾਂਗੇ। ਆਪ ਜੀ ਨੇ ਰਿਕਾਰਡਿੰਗ ਕੀਤੀ ਬੜੀ। ਹਾਂਜੀ ਕੀਤੀ ਰਿਕਾਰਡਿੰਗ। ਮੈਂ ਫੋਟੋ ਲੈ ਰਿਹਾ ਹਾਂ ਜੀ, ਮੁੰਡਾ ਉਧਰ ਲੈ ਫੋਟੋ ਲਈ। ਕੋਈ ਦਿੱਕਤ। 21 ਗ੍ਰੰਥ ਸਾਹਿਬ ਜੀ ਨੇ ਇੱਧਰ ਜੀ। ਜਾਓ। ਨਹੀਂ ਆਦਿ ਗੁਰੂ ਗ੍ਰੰਥ ਸਾਹਿਬ। ਆਦਿ ਗੁਰੂ ਸਾਹਿਬ ਜੀ। ਦੇਖਣਾ ਵਾ ਕਿ ਬੜੀ ਇਹਦੇ ਵਿੱਚ ਬਰੀਕੀ ਹੈ ਕਿ ਨਹੀਂ ਉਹ ਚੀਜ਼। ਆਦਿ ਗ੍ਰੰਥ ਸਾਹਿਬ ਵਿੱਚ ਤੇ ਹੈ, ਉਹ ਤੇ ਕਨਫਰਮ। ਦੇਖੋ ਹੁਣ ਰਾਈਟਿੰਗ ਦੇਖੋ, ਇਧਰ ਦੀ ਰਾਈਟਿੰਗ ਤੇ ਇਧਰ ਦੀ ਰਾਈਟਿੰਗ ਦੇਖੋ, ਆ ਗਈ ਨਾ ਚੇਂਜ। ਸਭ ਅਲੱਗ-ਅਲੱਗ ਜਿੰਨੇ ਵੀ ਆਪਣੇ ਐਸੀ ਜਿਨ੍ਹਾਂ ਦੀ ਜਿਹੜੀ ਭਾਈ ਹੈ ਲਿਖਣ ਦੀ, ਤੇ ਉਹਨਾਂ ਨੇ ਸਭ ਅਲੱਗ-ਅਲੱਗ ਆਪਣੇ ਥੋੜਾ ਧੁੱਪ ਲਵਾਉਣੀ ਪੈਣੀ ਹੈ ਜੀ। ਧੁੱਪ ਲਵਾ ਜੀ ਬਿਲਕੁਲ। ਇੱਥੇ ਦੱਸ ਰਹੇ ਨਾ ਸਿੱਖੀ ਨਹੀਂ ਤਾਂ ਫਿਰ
ਇਹਦੇ ਚ ਨਹੀਂ ਹੈ ਸਿਆਹੀ ਦੀ ਵਿਧੀ ਧੁੱਪ ਲਵਾ ਦਿਓ ਇਹਨੂੰ। ਹਾਂਜੀ ਬਣੇ ਉਹਦੇ ਵਿੱਚ ਹੈ ਆਦਮ ਸਾਹਿਬ ਵਿੱਚ ਹੈ ਆਹੇ शाही की विधि लिखी ਹਾਂ हुई ਉਹਦੇ ਚ है ਹੈ ਹਾਂਜੀ ਹਾਂਜੀ जी, गूंद कतीरा हाँ किन्ने किन्ने अंग हैगे ने जी ਅੰਕ ਕਿੰਨੇ ਆ? ਇੱਕ ਲਾਸਟ ਤੇ ਉਹ ਵੀ ਦੇਖਿਓ ਇਹ ਦੇਖੋ 642 इथे अंग नहीं मिल रहा ये लिखे हुए 600 नीचे अंग 394 ਕੀ ਹੈ 642 ਹਾਂ 42 642 ਲਗਭਗ ਆਸ-ਪਾਸ ਹੈ ਨਹੀਂ ਨੇ ਕੁਛ ਵਿੱਚ ਹੋਰ 10 ਬਾਅਦ ਹੋਣਗੇ ਨਹੀਂ 642 ਮਤਲਬ ਉਹਨਾਂ ਉਹ ਲਿਖਦੇ ਆ ਸੋ ਇੱਥੇ ਦਾ ਐਡਰੈਸ ਜ਼ਰੂਰ ਦੱਸਾਂਗੇ ਜੀ ਆਪ ਜੀ ਦਰਸ਼ਨ ਕਰਨ ਇੱਥੇ ਕੋਈ ਨੇੜੇ ਤੇੜੇ ਸਿੱਖ ਪਰਿਵਾਰ ਨਹੀਂ ਰਹਿੰਦਾ ਪਰ ਇੱਥੇ ਠੀਕ ਹੈ ਭਾਈ ਸਾਹਿਬ ਜੀ ਡਿਊਟੀ ਨਿਭਾ ਰਹੇ ਨੇ ਜੋ ਕਿ ਆਗਰੇ ਵਾਲੇ ਮਹਾਂਪੁਰਖ ਨੇ ਤੇ ਪਹਿਲਾਂ ਬਾਬਾ ਮੋਨੀ ਜੀ ਹੁੰਦੇ ਸੀਗੇ ਬਾਬਾ ਮੋਨੀ ਜੀ ਦੇ ਕੋਲ ਇੱਥੇ ਦੀਆਂ ਸੰਗਤਾਂ ਨੇ ਜਾ ਕੇ ਬੇਨਤੀ ਕੀਤੀ ਸੀਗੀ ਆਪਣਾ ਬਾਬਾ ਮੋਨੀ ਜੀ ਧੁਲੀਆ ਗਏ ਨੇ ਇੱਥੋਂ ਜਿਹੜੇ ਸੀ ਉਹ ਧੁਲੀਆ ਚਲੇ ਗਏ ਪਤਾ ਲੱਗਿਆ ਹਜੂਰ ਸਾਹਿਬ ਗਏ ਨੇ ਉੱਥੇ ਵੀ ਚਲੇ ਗਏ ਬੇਨਤੀ ਕੀਤੀ ਫਿਰ ਉਹ ਆਪਾਂ ਹੁਣੇ ਭਾਈ ਸਾਹਿਬ ਜੀ ਤੋਂ ਪੁੱਛਦੇ ਆਂ ਆਪ ਜੀ ਨੂੰ ਦੱਸਣਗੇ ਇਹ ਸਾਰੇ ਹਸਤ ਲਿਖਤ ਪੁਰਾਤਨ ਸਰੂਪ ਜਿਹੜੇ ਨੇ ਯਾਨੀ ਜੀ ਕਿੰਨੇ ਸਰੂਪ ਨੇ ਜੀ 31 ਇਹ 31 ਸਰੂਪ ਨੇ 31 ਸਰੂਪ ਨੇ ਜਿਹਦੇ ਵਿੱਚ 6 ਦਸਮ ਗ੍ਰੰਥ 25 ਆਦ ਗੁਰੂ ਗ੍ਰੰਥ 25 ਆਦਮੀ ਹੋਣ ਤੇ ਬਾਕੀ ਹੋਰ ਕਾਫੀ ਲਿਟਰੇਚਰ ਹੈ ਜੀ ਅੱਛਾ ਜੀ ਜਿਹੜੀਆਂ ਛੋਟੀਆਂ ਪੋਥੀਆਂ ਨੇ ਉਹ ਵੀ ਦਰਸ਼ਨ ਕਰਾ ਸਕਦੇ ਨੇ ਥੋੜ੍ਹਾ ਹਾਂਜੀ 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 ਕਿਉਂਕਿ ਬਹੁਤ ਸੰਗਤ ਜੁੜੀ ਹੋਈ ਹੈ ਸੰਗਤ ਜੀ ਸਭ ਤੋਂ ਵੱਡਾ ਖਜ਼ਾਨਾ ਹੈ ਕਿ ਸਾਡੇ ਸਿੱਖ ਦੇ ਕੌਮ ਦੇ ਕੋਲ ਖਜ਼ਾਨਾ ਬਹੁਤ ਪਿਆ ਕਿੱਥੇ ਕਿੱਥੇ ਪਿਆ ਸਾਨੂੰ ਉਹਨਾਂ ਰਾਹਾਂ ਤੇ ਜਾਣਾ ਪਊਗਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿੱਥੇ ਜਿੱਥੇ ਗਏ ਤੇ ਉਹ ਸਾਰੀਆਂ ਰਾਹਾਂ ਨੂੰ ਟੱਚ ਕਰਦੇ ਹੋਏ ਜਾ ਰਹੇ ਆ ਤੇ ਪਹਿਲੀ ਕਿਤਾਬ ਵੀ ਦੱਸਦੀ ਆ ਚੁੱਕੀ ਹੈ ਜੀ ਸਫਰੇ ਪਾਤਸ਼ਾਹੀ 9ਵੀਂ ਉਹਦੇ ਲਿੰਕ ਵੀ ਤੁਹਾਨੂੰ ਮੇਰੀ ਹੋਰ ਵੀਡੀਓ ਵਿੱਚ ਜਾਓਗੇ ਤੁਹਾਨੂੰ ਲਿੰਕ ਮਿਲ ਜਾਣਗੇ ਜੀ ਕਿੱਥੇ ਕਿੱਥੇ ਕੀ ਖਜ਼ਾਨਾ ਪਿਆ ਇਹ ਜਿਹੜਾ ਹੁਣ ਹਿਸਾਬ ਦੇ ਨਾਲ ਪੂਰੀ ਕਿਤਾਬ ਜਿਹੜੀ ਲਿਖੀ ਜਾ ਰਹੀ ਹੈ ਹਾਂਜੀ ਇਧਰ ਜੀ ਪੋਥੀ ਸਾਹਿਬ ਪੋਥੀ ਸਾਹਿਬ ਹਾਂਜੀ ਉਹ ਲਾਲ ਵਾਲੇ ਕਮਰੇ 'ਚ ਇਹ ਵਾਲੇ ਕਮਰੇ 'ਚ ਜਿਹੜੀਆਂ ਲਿਟਰੇਚਰ ਨਹੀਂ ਇੱਕ ਮਿੰਟ ਉਹ ਆਦਰ ਨਹੀਂ ਅੱਛਾ ਉਹਦਾ ਹੀ ਚੱਕ ਲਓ ਹਾਂ ਇਹਦੇ ਵਿੱਚ ਹੋਣਗੇ ਵਾਹਿਗੁਰੂ ਜਿਵੇਂ ਦੇਖੋ ਇਹ ਸਭ ਚੀਜ਼ਾਂ ਛੋਟੇ ਰੂਪ ਵਿੱਚ ਕੁਝ ਤੇ ਸਾਰੇ ਗੁਰਮੁਖੀ ਚ ਹੀ ਨੇ ਇੱਕ ਆਦਮ ਮੈਂ ਕੋਈ ਵੇਖੀ ਸੀ ਬਹੁਤ ਪਹਿਲੇ ਸ਼ਾਇਦ ਉਰਦੂ ਵਿੱਚ ਕੋਈ ਵੇਖੀ ਸੀ ਮੈਂ ਪਤਾ ਨਹੀਂ ਕਿੱਥੇ ਗਈ ਮੈਨੂੰ ਯਾਦ ਨਹੀਂ ਆ ਰਿਹਾ ਬਹੁਤ ਪਹਿਲੇ ਇਹ ਹੈ ਨਾ ਜੀ 10ਵਾਂ ਗ੍ਰੰਥ ਕ੍ਰਿਸ਼ਨ ਅਵਤਾਰ 2430 ਕ੍ਰਿਸ਼ਨ ਅਵਤਾਰ ਨਾਟਕ ਇਹ ਕ੍ਰਿਸ਼ਨ ਅਵਤਾਰ ਨਾਟਕ ਲਿਖਿਆ ਹੋਇਆ ਜੀ ਅੱਛਾ ਤੇ ਇਹ 10 ਗ੍ਰੰਥੀ ਹੈਗੀ ਜੀ ਅੱਛਾ ਹਾਂਜੀ ਹਾਂਜੀ ਤੇ ਅੱਛਾ ਕਿਉਂਕਿ ਖੋਲ ਨਹੀਂ ਸਕਦੇ ਨਾ ਜੀ ਇਹ 5 ਗ੍ਰੰਥੀ ਹੈ ਜੀ ਇਹਨੂੰ ਯਾਰ ਬਾਹਰ ਬੈਠੇ ਦੀ ਜਾਂਦੀ ਹੈ ਇਹ ਪ੍ਰਾਤਨ पुरातन खजाना जी हाथ लिखित नंबर 34 याद सब हिसाब पुरातन ये पुरातन कोई हिसाब किताब हैगा जी ਡੈਰੀ ਡਾਇਰੀ ਦੇ ਵਿੱਚ ਬਹੁਤ ਕੁਝ ਇਤਿਹਾਸ ਲਿਖਿਆ ਹੋਇਆ ਹੋ ਸਕਦਾ ਆਪਣੀ ਸਮਝ 'ਚ ਨਹੀਂ ਆ ਰਿਹਾ ਪੜ੍ਹਾਈ ਦੇ ਵਿੱਚ ऐसा ठीक है डबल कंबल करके बस ਹੱਥ ਲਿਖਤ ਨੰਬਰ 27 ਹਨੂਮਾਨ ਨਾਟਕ ਅੱਛਾ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸ ਦਵਾਂ ਮੇਨ ਇਤਿਹਾਸ ਦੀ ਹਾਂਜੀ ਹਾਂਜੀ ਬਾਬਾ ਸੁਮੇਰ ਸਿੰਘ ਜੀ ਦੇ ਟਾਈਮ ਵਿੱਚ ਹੂੰ ਉਹਨਾਂ ਦੇ ਕੋਲੋਂ ਜਿਹੜੇ ਕਵੀ ਤੇ ਇੱਕ ਹਿੰਦੀ ਦੇ ਬਹੁਤ ਵੱਡੇ ਕਵੀ ਹੋਏ ਨੇ ਖੜੀ ਬੋਲੀ ਦੇ ਹਰਿਯੋਧ ਸਿੰਘ ਉਪਾਧਿਆਏ ਹਰਿਯੋਧ ਅੱਛਾ ਜੀ ਆਪ ਜੀ ਨੇ ਸ਼ਾਇਦ ਨਾਮ ਸੁਣਿਆ ਹੋਣਾ ਕਵੀ ਦਾ ਹੂੰ ਹਰਿਯੋਧ ਸਿੰਘ ਉਪਾਧਿਆਏ ਹਰਿਯੋਧ ਹੂੰ ਹਰਿਯੋਧ ਉਹਨਾਂ ਦੀ ਟਾਈਟਲ ਸੀ ਹੂੰ ਜਾਂ ਤੇ ਪੰਡਤ ਸੀ ਉਹ ਹੂੰ ਤੇ
ਉਹਨਾਂ ਨੇ ਬਾਬਾ ਸੁਮੇਰ ਸਿੰਘ ਜੀ ਕੋਲੋਂ ਸਿੱਖੀ ਧਾਰਨ ਕੀਤੀ ਸੀ ਠੀਕ ਹੈ ਜੀ। ਐਸੇ ਸਥਾਨ ਤੋਂ। ਹੂੰ ਔਰ ਬਾਬਾ ਸੁਮੇਰ ਸਿੰਘ ਜੀ ਖੁਦ ਬਹੁਤ ਵੱਡੇ ਕਵੀ ਸੀ। ਹੂੰ ਉਹਨਾਂ ਦੀਆਂ ਜਿਤਨਾ ਰਚਨਾ ਲਿਖੀਆਂ ਹੋਈਆਂ ਨੇ, ਹੂੰ ਉਹਨਾਂ ਦੇ ਇੰਤਕਾਲ ਤੋਂ ਬਾਅਦ ਕਵੀ ਹਰਿਓ ਜੀ ਨੇ ਆਪਣੇ ਨਾਮ ਤੋਂ ਪ੍ਰਸਾਰਿਤ ਕਰਕੇ ਅੱਗੇ ਵਧਾਈਆਂ ਨੇ। ਠੀਕ ਹੈ ਜੀ। ਬਾਬਾ ਸੁਮੇਰ ਸਿੰਘ ਦੀ ਜਿਤਨੀ ਰਚਨਾ ਲਿਖੀ ਸੀ ਹੂੰ। ਉਹ ਹਰਿਓ ਜੀ ਨੇ ਉਹਨਾਂ ਦੇ ਜਾਣ ਤੋਂ ਬਾਅਦ ਆਪਣਾ ਨਾਮ ਦੇ ਕੇ ਅੱਗੇ ਵਧਾਈਆਂ ਨੇ। ਉਹ ਅੱਛਾ ਜੀ। ਜੀ। ਲਿਖੀਆਂ ਹੋਈਆਂ ਪੁਰਾਣੀਆਂ ਲਿਖੀਆਂ ਬਾਬਾ ਸੁਮੇਰ ਸਿੰਘ ਦੀਆਂ ਸੀ। ਇਹ ਤੁਸੀਂ ਦੱਸ ਰਹੇ ਸੀ ਕਿ ਗੁਰੂ ਅਮਰਦਾਸ ਜੀ ਦੀ ਹਾਂ, ਵੰਸ਼ ਵਿੱਚੋਂ। ਹਾਂਜੀ ਠੀਕ ਜੀ। ਹਾਂਜੀ, ਕਿਹੜੀ ਕੀ ਨਾਮ ਸੀਗੇ? ਬਾਬਾ ਕਿਰਪਾਲ ਦਾਸ ਜੀ, ਹੂੰ ਉਹਨਾਂ ਦੇ ਸੁਪੁੱਤਰ ਬਾਬਾ ਸਾਧੂ ਸਿੰਘ ਜੀ, ਹੂੰ ਉਹਨਾਂ ਦੇ ਸੁਪੁੱਤਰ ਬਾਬਾ ਸੁਮੇਰ ਸਿੰਘ ਜੀ। ਠੀਕ ਹੈ। ਤਿੰਨ ਜਿਹੜੇ ਪੀੜ੍ਹੀਆਂ ਪਟਨਾ ਜੀ, ਸਾਹਿਬ। ਪਟਨਾ ਸਾਹਿਬ ਦੇ ਮਹੰਤ ਸੀ ਉਹ, ਠੀਕ ਤੇ ਹੈ ਜੀ। 3 ਪੀੜ੍ਹੀਆਂ ਨੇ ਇੱਥੇ ਸੇਵਾ ਕੀਤੀ ਹੈ। ਉਹ ਤਿੰਨਾਂ ਦੀ ਫੋਟੋ ਲੱਗੀ ਹੈ, ਆਪ ਜੀ ਨੂੰ ਫੋਟੋ ਵੀ ਅਵੇਲੇਬਲ ਕਰਾ ਦਵਾਂ, ਉੱਥੇ ਹੈ ਲੱਗੀ ਹੋਈ। ਠੀਕ 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 ਜੀ। ਤੇ ਆਪਾਂ ਹੁਣ ਸ਼ਸਤਰਾਂ ਦੇ ਦਰਸ਼ਨ ਕਰਦੇ ਹਾਂ ਸੰਗਤ ਜੀ, ਹਾਂਜੀ, ਕਿਉਂਕਿ ਮੈਂ ਨੂੰ ਆਪ ਜੀ ਸੰਭਾਲੋ ਗਿਆਨੀ ਜੀ ਆਪ ਆਪਣਾ ਭਾਈ ਸਾਹਿਬ ਜੀ ਨਾਲ। ਹਾਂਜੀ ਦਰਸ਼ਨ ਕਰ ਲਏ ਜੀ। ਤੇ ਇਹ ਜਿਹੜੀ ਪੁਰਾਤਨ ਜਿਹੜੇ ਇਹ ਦੇਖੋ ਲੱਕੜੀ ਦੀ ਛੱਤ ਹੈ ਸਰ। ਅੱਛਾ ਜੀ। ਇਹ ਲੱਕੜੀ ਦੀ ਛੱਤ ਹੈ ਜੀ, ਇਹਦੇ ਉੱਤੇ ਪੱਥਰ ਦੀ ਪੱਟੀਆਂ ਨੇ। ਇਹ ਉਸ ਸਮੇਂ ਉਸ ਵੇਲੇ ਦੀ ਇਹ ਦਰਬਾਰ ਜਦੋਂ ਗੁਰੂ ਨਾਨਕ ਸਾਹਿਬ ਜੀ ਆਏ ਸੀ ਉਸ ਵੇਲੇ ਦਾ ਹੀ ਦਰਬਾਰ ਬਣਿਆ। ਪਤਲੀ ਇੱਟਾਂ ਦਾ ਜੀ, ਲਾਹੌਰੀ ਇੱਟਾਂ ਦਾ। ਵਾਹ ਜੀ ਵਾਹ। ਇਹ ਜਿੰਨੇ ਵੀ ਆਰਚਾਂ ਵਗੈਰਾ ਬਣੀਆਂ ਹੋਈਆਂ ਨੇ ਉਸ ਸਮੇਂ ਦੀਆਂ। ਸ਼ੁਕਰ ਹੈ ਕਾਰ ਸੇਵਾ ਨੇ ਕਿਸੇ ਹਾਂਜੀ, ਪਹਿਲੇ ਨਹੀਂ ਤਾਂ ਨਾ ਢਾਹ ਕੇ ਹੋਰ ਕੁਝ ਬਣਾ ਦੇਣਾ ਸੀਗਾ। ਇਸੇ ਕਰਕੇ ਤਾਂ ਇਹ ਅਜੇ ਤੱਕ ਬਾਬਾ ਜੀ ਹੋਰਾਂ ਨੇ। ਤੇ ਸੰਗਤ ਜੀ ਬਹੁਤ ਘੱਟ ਸਥਾਨ ਨੇ ਜਿਹੜੇ ਪੁਰਾਤਨ ਦਰਸ਼ਨ ਕਰਨ ਨੂੰ ਮਿਲਦੇ ਨੇ। ਇਹੀ ਤਾਂ ਸਾਡੇ ਕੋਲ ਖਜ਼ਾਨੇ ਸੀ। ਵਾਹ ਜੀ ਵਾਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਕਿੰਨਾ ਖਜ਼ਾਨਾ ਪਿਆ ਜੀ ਦੇਖੋ। ਇਹ ਨਗਾਰਾ, ਘੜਾ ਔਰ ਇਹ ਨਗਾਰਾ ਹੈ ਜੀ। ਇਹ ਸਾਰੇ ਸ਼ਸਤਰ ਨੇ ਪੁਰਾਤਨ। ਮੈਂ ਵੀਡੀਓ 'ਚ ਲਿਖਿਆ ਸੀ ਸ਼ਸਤਰਾਂ ਦਾ ਖਜੀਰਾ ਵੈਰੀ ਹੈ ਜੀ। ਯਾਨੀ ਕਿ ਸਭ ਤੋਂ ਵੱਡਾ ਖਜੀਰਾ ਸ਼ਸਤਰਾਂ ਦਾ ਜੇ ਦੇਖਿਆ ਜਾਵੇ ਇਹ ਆਪਣੀ ਸਰੋਹੀ, ਜਿਹਦਾ ਸਰੋਹੀ, ਹਾਂਜੀ ਸਰੋਹੀ ਹੈਗੀ ਜੀ। ਇਹ ਬੰਦੂਕਾਂ ਦੀ ਨਾਲਾਂ ਨੇ। ਇਹ ਸੰਜੋਗ ਜਿਹੜੇ ਪਾਏ ਜਾਂਦੇ ਸੀ ਜੀ ਉਹ ਇਹ ਖੋਲਦੇ ਆ ਜੀ। ਹਾਂ ਖੋਲ ਦੋ ਥੋੜਾ ਜਿਹਾ ਕਹਿੰਦੇ ਜੀ। ਇਹ ਆਪ ਜੀ ਦਰਸ਼ਨ ਕਰ ਰਹੇ ਹੋ ਜੀ। ਇਹ ਪਾਲਿਆਂ ਦੇ ਉੱਪਰ ਲੱਗਣ ਵਾਲੇ ਨੇ ਸ਼ਸਤਰਾਂ ਦੇ ਉੱਤੇ। ਤੇ ਪੁਰਾਤਨ ਇਹ ਬੰਦੂਕਾਂ ਦੀਆਂ ਨਾਲੀਆਂ ਨੇ ਜੀ। ਹੁਣ ਤਾਂ ਇਹ ਵੀ ਬੰਦੂਕ ਦੀ ਨਾਲ ਹੈ ਜੀ। ਪੁਰਾਤਨ ਸ੍ਰੀ ਸਾਹਿਬ ਸਾਰੀ ਕਿੰਨੇ ਸੰਜੋ ਪਏ ਨੇ ਜੀ। ਉਹ ਕਹਿੰਦੇ ਜੀ ਉਹ ਉਧਰ ਕੀ ਹੈਗਾ ਪਰੇ? ਇਹ ਆਪਣਾ ਸੰਜੋ ਹੈਗੀ ਹੈ ਜੀ। ਇਹ ਬਾਜੂ ਬੰਦ ਹੈ ਨੀ ਜੀ। ਇਹ ਬਾਜੂ ਬੰਦ ਹੈਗਾ ਜੀ ਉਸ ਸਮੇਂ ਦਾ। ਤੇ ਨਗਾਰਾ ਵੀ ਉਹਦੇ ਵਿੱਚੋਂ ਹੀ ਨਿਕਲਿਆ ਸੀ ਜੀ, ਖੂਹ ਦੇ ਵਿੱਚੋਂ। ਅੱਛਾ ਖੂਹ ਦੇ ਵਿੱਚ ਨਿਕਲਿਆ ਸੀਗਾ ਜੀ। ਇਹ ਤਾਂ ਫਿਰ ਬਾਅਦ ਵਿੱਚ ਸਹੀ ਕਰਵਾਇਆ ਹੈ। ਉਹ ਮੱਟ ਹੈਗਾ ਜੀ, ਜਿਹਨੂੰ ਆਪਾਂ ਘੜਾ ਕਹਿੰਦੇ ਆ। ਪਰ ਘੜੇ ਤਾਂ ਛੋਟੇ ਛੋਟੇ ਨੇ। ਦੇਖੋ ਜੀ ਮੱਟ ਕਿੱਡੇ ਕਿੱਡੇ ਨੇ। ਇਹ ਮੱਟ ਹੈ ਉਸ ਸਮੇਂ ਦਾ। ਤੇ ਉਹ ਪੱਖਾ ਹੈਗਾ ਉਸ ਸਮੇਂ ਦਾ। ਤੇ ਭਾਈ ਸਾਹਿਬ ਜੀ ਜਿਹੜਾ ਪੰਖਾ ਵੇ ਹਾਂਜੀ ਇਹ ਐਸਾ ਦਾ ਹੀ ਪ੍ਰੋਡਕਟ ਬਣਿਆ ਹੋਇਆ, ਨਿਜ਼ਾਮਾਬਾਦ ਦਾ ਹੀ ਪ੍ਰੋਡਕਟ ਹੈ। ਅੱਛਾ ਜੀ। ਹਾਂਜੀ, ਹੁਣ ਤੇ ਕਾਰੀਗਰ ਵੀ ਨਿਵਾਸ ਇੱਥੇ ਪੜ੍ਹਾਈ ਕਰ ਗਿਆ। ਜਿਹੜੇ ਨਿਜ਼ਾਮਾਬਾਦ ਬਲੈਕ ਪਾਟਰੀ ਮਿੱਟੀ ਦੇ ਬਰਤਨ ਜੀ। ਜਿਹੜੇ ਬਣਦੇ ਨੇ, ਹਾਂਜੀ ਹਾਂਜੀ। ਇਹ ਨਿਜ਼ਾਮਾਬਾਦ ਬੜਾ ਪ੍ਰਸਿੱਧ ਹੈ ਬਲੈਕ ਪਾਟਰੀ ਦੇ ਜਿਸ ਵਿੱਚ। ਵਕਤ ਇੱਥੇ ਅਸੀਂ ਆਏ ਨਾ ਤੇ ਇੱਥੇ ਲਾਈਟ ਦਾ ਕੋਈ ਇੰਤਜ਼ਾਮ ਨਹੀਂ ਸੀ। ਹੂੰ। ਸੰਗਲ ਪਏ ਨੇ ਜੀ। ਉਹ ਕਹਿੰਦੇ ਦੀ ਖਾਲ ਦੇ ਢਾਲ ਦਾ ਹੈ। ਹਾਂਜੀ ਢਾਲ ਹੈ ਜੀ। ਉਹ ਗੈਂਦੇ ਦੀ, ਹਾਂਜੀ ਗੈਂਦੇ ਦੀ ਖੱਲ ਦੀ ਢਾਲ ਹੈਗੀ ਜੀ। ਤੇ 12 ਸਿੰਘੇ ਦੇ ਤੇ ਆਪਾਂ ਖੂਹ ਦੇ ਵੀ
ਇਹ ਤੁਸੀਂ ਜਿਹੜਾ ਪੰਖਾ ਕਹਿ ਰਹੇ ਹੋ ਨਾ, ਹਾਂਜੀ ਇਹ ਪੰਖਾ ਇਸ ਅਸੀਂ ਇੱਥੇ 73 ਚ ਆਏ ਸੀ ਤੇ ਇੱਥੇ ਕੋਈ ਲਾਈਟ ਉੱਡ ਨਹੀਂ ਸੀ ਉਸ ਵਕਤ, ਅੱਛਾ ਜੀ, ਤੇ ਇੱਥੇ ਦੇ ਕਾਰੀਗਰ ਨੇ ਪੰਖੇ ਦਿੱਤੇ ਸੀ ਬਣਾ ਕੇ ਹੱਥ ਦੇ ਚੱਲਣ ਵਾਲੇ। ਠੀਕ ਹੈ ਜੀ। ਹਾਂ, ਉਹ ਤਾਂ ਦਾ ਵੇ, ਤਾੜ ਦੇ ਪੱਤੇ ਦਾ ਇਹ ਜੀ। ਤਾਰ ਦੇ ਪੱਤੇ ਦਾ ਤਾਰ ਦੇ। ਬਣਿਆ। ਤੇ ਹੈ ਤਾਂ ਜ਼ਿਆਦਾ ਸੀ ਇੱਥੇ, ਲੇਕਿਨ ਉਹ ਫਿਰ ਟੁੱਟ ਗਏ, ਜਿਹੜੇ 2 ਬਚ ਗਏ ਅਸੀਂ ਰੱਖ ਦਿੱਤੇ ਸੰਭਾਲ ਕੇ। ਮੈਂ ਕਿਹਾ ਵੀ ਨਿਸ਼ਾਨੀ 'ਚ ਪੈ ਰਿਹਾ। ਤੇ ਸਭ ਕੁਝ ਹੀ ਪੁਰਾਤਨ ਹੈ ਜੀ। ਇਹ ਸਾਰਾ ਤੁਸੀਂ ਐਡਰੈਸ ਜ਼ਰੂਰ ਜੀ। ਇਹ ਸਾਰੇ ਲਿਖੇ ਹੋਏ ਨੇ ਜੀ ਇੱਥੇ ਕੀ ਮੌਜੂਦ ਹੈ। ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਾਦੁਕਾ, ਗੁਰੂ ਤੇਗ ਬਹਾਦਰ ਤਪ ਸਥਾਨ ਜੀ, ਤਪ ਸਥਾਨ ਗੁਰੂ ਤੇਗ ਬਹਾਦਰ ਸਾਹਿਬ ਜੀ, ਤਪ ਸਥਾਨ ਬਾਬਾ ਸ੍ਰੀ ਚੰਦ ਜੀ, ਗੁਰਦੁਆਰਾ ਕਾਲਬੁੰਗਾ ਸਾਹਿਬ, ਖੁਦਾਈ ਵੇ ਮਿਲੇ ਪੁਰਾਤਨ ਸ਼ਸਤਰ ਕੂਆ, ਦੁਖ ਭੰਜਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਹਸਤ ਲਿਖਤ 25 ਗ੍ਰੰਥ, ਹਸਤ ਲਿਖਤ 6 ਦਸਮ ਗ੍ਰੰਥ, ਪੁਰਾਤਨ ਹਸਤ लिटरेचर, नानक घाट जहाँ पर गुरु नानक देव जी ने प्रत्यक राम निवास कारस्त को जीवित किया था। ते चप्पल लेके बेटा दीवान हाल है जी इधर। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਹੈ ਜੀ। ਜਿੱਥੇ ਗੁਰੂ ਤੇਗ ਬਹਾਦਰ ਜੀ ਨੇ 21 ਦਿਨ ਤਪ ਕੀਤਾ ਸੀ ਜੀ। ਠੀਕ ਜੀ। ਇਹ ਖੂਹ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਤਪ ਸਥਾਨ, ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਨਾਰਸ ਤੋਂ ਚੱਲ ਕੇ ਇਸ ਪਾਸੇ ਆਏ ਨੇ, ਜਦੋਂ ਪੰਜਾਬ ਨੂੰ ਗਏ ਨੇ, ਪ੍ਰਚਾਰ ਕਰਦੇ ਹੀ ਗਏ ਨੇ, ਤੇ ਇਹ ਖੂਹ ਹੈ ਜੀ ਉਸ ਸਮੇਂ ਦਾ ਮੌਜੂਦ। ਇਸ ਖੂਹ ਦੇ ਜਲ ਨਾਲ ਅੱਜ ਵੀ ਰੋਗ ਮੁਕਤ ਹੁੰਦੇ ਨੇ ਜੀ। ਵਾਹਿਗੁਰੂ ਵਾਹਿਗੁਰੂ। ਛੋਟਾ ਜਿਹਾ ਬਾਗ ਵੀ ਲੱਗਿਆ ਹੋਇਆ, ਤੇ ਸਾਰਾ ਦੇਖੋ ਜੀ ਜਿਹੜੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਣਾ ਚਾਹੁੰਦੀਆਂ ਨੇ, ਬਹੁਤ ਵਧੀਆ ਰਿਹਾਇਸ਼ ਦਾ ਪ੍ਰਬੰਧ ਹੈ ਇੱਥੇ। ਤੇ ਆਗਰੇ ਤੋਂ ਬਾਬਾ ਜੀ ਸੇਵਾ ਸੰਭਾਲ ਕਰ ਰਹੇ ਨੇ। ਤੇ ਐਡਰੈਸ ਬਾਬਾ ਜੀ ਜ਼ਰੂਰ ਦੱਸ ਦੇਣਾ ਜੀ ਇੱਥੇ ਦਾ ਜੀ ਸਾਰਾ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਧ ਸੰਗਤ ਜੀ ਜ਼ਿਲ੍ਹਾ ਆਜ਼ਮਗੜ੍ਹ ਦੇ ਵਿੱਚ ਹੈ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਗੁਰੂ ਨਾਨਕ ਸਾਹਿਬ ਮਹਾਰਾਜ ਤੇ ਬਾਬਾ ਸ੍ਰੀ ਚੰਦ ਜੀ ਦਾ ਇਹ ਪਾਵਨ ਸਥਾਨ ਹੈ। ਇਹ ਸੇਵਾ ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਸਾਧੂ ਸਿੰਘ ਜੀ ਮੋਨੀ ਜੀ, ਬਾਬਾ ਨਰਿੰਜਨ ਸਿੰਘ ਜੀ, ਬਾਬਾ ਪ੍ਰੀਤਮ ਸਿੰਘ ਜੀ ਜੋ ਇਸ ਵੇਲੇ ਮੌਜੂਦਾ ਮੁਖੀ ਨੇ, ਉਹਨਾਂ ਦੀ ਕਾਰ ਸੇਵਾ ਦੇ ਹੇਠ ਸਾਰਾ ਇਹ ਪ੍ਰਬੰਧ ਚੱਲ ਰਿਹਾ ਹੈ। ਇਹ ਤਕਰੀਬਨ 250 ਕਿਲੋਮੀਟਰ ਪਹਿਲਾਂ ਜੋ ਪਟਨਾ ਸਾਹਿਬ ਦੇ ਰਸਤੇ ਵਿੱਚ ਹੀ ਹੈ। ਇਹ ਸਥਾਨ ਦਾ ਨਾਮ ਗੁਰਦੁਆਰਾ ਚਰਨ ਪਾਦੁਕਾ ਸਾਹਿਬ ਹੈ। ਇਹ ਜ਼ਿਲ੍ਹਾ ਆਜ਼ਮਗੜ੍ਹ ਦੇ ਵਿੱਚ ਪੈਂਦਾ ਹੈ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਸ੍ਰੀ ਚੰਦ ਜੀ। ਤੇ ਇਧਰ ਬਾਬਾ ਸ੍ਰੀ ਚੰਦ ਜੀ ਦਾ ਸਥਾਨ ਹੈ ਜੀ, ਕਿਉਂਕਿ ਉਹਨਾਂ ਨੇ ਬਹੁਤ ਸੇਵਾ ਸੰਭਾਲ ਕੀਤੀ ਆ ਕੇ। ਸੋ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸਥਾਨ ਹੈ ਜੀ, ਨਿਜ਼ਾਮਾਬਾਦ ਦੇ ਵਿੱਚ। ਇਹ ਖੂਹ ਦੇ ਦਰਸ਼ਨ ਕੀਤੇ ਨੇ। ਤੇ ਕੋਈ ਇੱਥੇ ਨੇੜੇ ਸਿੱਖ ਪਰਿਵਾਰ ਨਹੀਂ ਰਹਿੰਦਾ, ਵੀਰ ਇਕੱਲੇ ਹੀ ਸੇਵਾ ਤੇ ਡਟੇ ਹੋਏ ਨੇ। 1-2 ਵੀਰ ਨਾਲ ਇੱਥੇ ਰਹਿੰਦੇ ਨੇ ਸਾਰੇ। ਸਕੂਲ ਵੀ ਚੱਲਦਾ ਜੀ ਇੱਥੇ? ਹਾਂ, ਇੱਥੇ ਕੋਚਿੰਗ ਚੱਲਦੀ ਹੈ ਜੀ। ਅੱਛਾ, ਕੋਚਿੰਗ ਕਲਾਸਾਂ।
ਬਹੁਤ ਵਧੀਆ ਪ੍ਰਬੰਧ ਹੈ ਬਾਬਾ ਜੀ। ਕੋਈ ਹੋਰ ਜਾਣਕਾਰੀ ਦੇਣਾ ਚਾਹੋਗੇ ਜੀ? बस ਇੱਥੇ ਤੱਕ ਦੀ ਦੱਸਣੀ ਹੈ। ਹਾਂਜੀ ਔਰ ਬਾਕੀ ਤਾਂ ਇਧਰ ਹੁਣ ਘਾਟ ਤੇ ਫਿਰ ਉਧਰ ਹਾਂਜੀ ਆਣਾ ਘਾਟ ਤੇ ਘਰ ਤੇ ਜ਼ਰੂਰ ਜਾਵਾਂਗੇ ਜੀ। ਇਹ ਰਹਿائش ਦਾ ਪ੍ਰਬੰਧ ਹੈਗਾ ਜੀ ਇੱਥੇ, ਤੇ ਇਹਦੇ ਕਮਰੇ ਬਣੇ ਹੋਏ ਨੇ, ਤੇ ਗੁਰੂ ਕੇ ਲੰਗਰ ਦਾ ਪ੍ਰਬੰਧ ਹੈਗਾ ਇੱਥੇ ਸਾਰਾ। ਆਇਓ ਜੀ ਕਦੇ ਦਰਸ਼ਨ ਕਰਨ ਵਾਸਤੇ। ਤੇ ਮੈਂ ਭਾਈ ਸਾਹਿਬ ਜੀ ਦਾ ਨੰਬਰ, ਆਪ ਜੀ ਨੰਬਰ ਬੋਲ ਦਿਓ ਜੀ, ਤੁਹਾਨੂੰ ਕੋਈ ਆਉਣਾ ਚਾਹੁੰਦਾ। ਨੰਬਰ ਹੈ ਜੀ ਆਪਣਾ ਨਾਮ ਤੇ ਨੰਬਰ। ਮੇਰਾ ਨਾਮ ਸਤਨਾਮ ਸਿੰਘ ਜੀ, ਤੇ ਨੰਬਰ ਹੈ 94 540 82 555 90 44 71 13 13, ਜੋ ਇਸੇ ਦਾਸ ਦਾ ਨੰਬਰ ਹੈ। ਦਾਸ ਦਾ ਨਾਮ ਸਤਨਾਮ ਸਿੰਘ ਹੈ ਜੀ। ਆਪ ਆਓ, ਵੱਧ ਤੋਂ ਵੱਧ ਇਸ ਸਥਾਨ ਦੇ ਦਰਸ਼ਨ ਕਰੋ, ਤਾਂ ਕਿ ਸਾਰੀ ਸੰਗਤ ਨੂੰ ਪਤਾ ਲੱਗੇ ਕਿ ਜਿੱਥੇ ਵੀ ਗੁਰੂ ਨਾਨਕ ਮਹਾਰਾਜ, ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਇਤਿਹਾਸਿਕ ਸਥਾਨ ਨੇ ਜੋ ਸਾਡੇ ਤੋਂ ਵਿਛੜ ਚੁੱਕੇ ਨੇ, ਆਓ ਆਪਾਂ ਸਾਰੇ ਰਲ ਮਿਲ ਕੇ ਦਰਸ਼ਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।